ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਮਹਿਰਾਮਤ 2.0 ਤੇ ਪੀਐਸ ਟੈਟ ਦਸੰਬਰ 2022 ਦੀ ਤਿਆਰੀ ਨੂੰ ਲੈ ਕੇ ਆਪਾਂ ਐਮਸੀਕਿਊ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਉਸ ਦਾ ਅੱਜ 10ਵਾਂ ਦਿਨ ਹੈਗਾ। ਸੋ ਉਮੀਦ ਕਰਦਾ ਹੈ ਤੁਸੀਂ ਜਿੰਨੇ ਵੀ ਚੈਨਲ ਦੇ ਨਾਲ ਜੁੜੇ ਹੋਏ ਹੋ, ਇਸ ਵੀਡੀਓ ਨੂੰ ਦੇਖਦੇ ਹੋ, ਤੁਹਾਨੂੰ ਵੀਡੀਓ ਦਾ ਕੰਟੈਂਟ ਵਧੀਆ ਲੱਗਦਾ ਹੋਵੇਗਾ। ਜੇਕਰ ਲੱਗਦਾ, ਜਿਨ੍ਹਾਂ ਨੂੰ ਲੱਗਦਾ ਤਾਂ ਉਹ ਲਾਈਕ ਕਰ ਦੇਣ, ਅਤੇ ਜਿਨ੍ਹਾਂ ਨੂੰ ਨਹੀਂ ਲੱਗਦਾ ਤਾਂ ਪਲੀਜ਼, ਜਾਂ ਜਿਨ੍ਹਾਂ ਨੂੰ ਲੱਗ ਰਿਹਾ ਹੈ, ਠੀਕ ਹੈ, ਵੀਡੀਓ ਦੇਖ ਰਹੇ ਨੇ, ਤਾਂ ਉਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰਨ। ਠੀਕ ਹੈ, ਅੱਜ ਆਪਣਾ ਇਸ ਸੀਰੀਜ਼ ਦਾ 10ਵਾਂ ਦਿਨ ਹੈਗਾ। ਇਸ ਦੇ ਵਿੱਚ ਹਰ ਰੋਜ਼ ਆਪਾਂ 10 ਕੁਐਸਚਨ ਦੇਖਦੇ ਆਂਗੇ ਔਰ ਐਨਾਲਾਈਸਿਸ ਕੀਤਾ ਜਾਂਦਾ ਇਕੱਲੇ ਇਕੱਲੇ ਕੁਐਸਚਨ ਦਾ। ਅਤੇ ਮਤਲਬ ਇੱਕ ਕੁਐਸਚਨ ਨੂੰ ਲੈ ਕੇ ਆਪਾਂ ਉਹਦੇ ਵਿੱਚੋਂ ਹੋਰ ਕਿੰਨੇ ਕੁਐਸਚਨ ਇਸ ਥਿਊਰੀ ਦੇ ਵਿੱਚ ਆ ਸਕਦੇ ਨੇਗੇ, ਉਹ ਵੀ ਦੇਖ ਲੈਂਦੇ ਹੁੰਦੇ ਹੈਗੇ। ਸੋ ਜਿਹੜੇ ਵਿਦਿਆਰਥੀ ਚੈਨਲ 'ਤੇ ਨਵੇਂ ਹੋ, ਤਾਂ ਇਹ ਮੇਰੀ ਇੰਟਰੋਡਕਸ਼ਨ ਸੀਗੀ ਕਿ ਆਪਾਂ ਕਿਵੇਂ ਪੜ੍ਹਦੇ ਆਂਗੇ। ਇੱਕ ਇੱਕ ਕੁਐਸਚਨ ਨੂੰ ਮੈਂ ਇਕੱਲਾ ਟਿਕ ਨਹੀਂ ਕਰਵਾਉਂਦਾ, ਉਹਨਾਂ ਦਾ ਆਪਾਂ ਐਨਾਲਾਈਸਿਸ ਵੀ ਕਰਦੇ ਆਂਗੇ ਵੀ ਕਿਹੜੀ ਥਿਊਰੀ ਦੇ ਵਿੱਚੋਂ ਆਇਆ ਹੋਏਗਾ, ਕਿੱਥੋਂ ਇਹ ਕੁਐਸਚਨ ਵਾਰ-ਵਾਰ ਪੁੱਛੇ ਜਾਂਦੇ ਨੇਗੇ। ਠੀਕ ਹੈ ਜੀ, ਤਾਂ ਜੇਕਰ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਆਲ 'ਤੇ ਕਲਿੱਕ ਕਰ ਦਿਓ। ਪੰਜਾਬ ਐਗਜ਼ਾਮ ਰਿਲੇਟਡ ਕੋਈ ਵੀ ਅਪਡੇਟ ਹੋਵੇਗੀ ਤੁਹਾਨੂੰ ਨਾਲ ਦੀ ਨਾਲ ਮਿਲ ਜਾਇਆ ਕਰੇਗੀ। ਅੱਜ ਦਾ ਸਵਾਲ ਆਪਾਂ ਦੇਖਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜੇ ਚਿੰਤਕ ਨੇ ਸਿਖਲਾਈ ਨੂੰ ਸਮਾਜਿਕ ਮਾਧਿਅਮ ਸਤਤਾ ਪ੍ਰਕਿਰਿਆ ਵਜੋਂ ਉਭਾਰਿਆ। ਇੰਗਲਿਸ਼ ਦੇ ਵਿੱਚ ਵੀ ਦੇਖ ਲੈਂਦੇ ਹਾਂ। ਹੂ ਅਮੰਗ ਦਾ ਫੋਲੋਇੰਗ ਹਾਈਲਾਈਟਡ ਦੈਟ ਲਰਨਿੰਗ ਇਜ਼ ਅ ਸੋਸ਼ਲੀ ਮੀਡੀਏਟਡ ਪ੍ਰੋਸੈਸ। ਆਪਸ਼ਨ ਹੈ ਐਰਿਕਸਨ, ਵਾਈਗੋਸਕੀ, ਕੋਹਲਬਰਗ ਜਾਂ ਥੋਰਨਡਾਈਕ। ਤਾਂ ਇਸ ਦਾ ਸਹੀ ਆਨਸਰ ਹੈ ਜੀ ਵਾਈਗੋਸਕੀ। ਠੀਕ ਹੈ ਜੀ, ਜਦੋਂ ਵੀ ਤੁਹਾਨੂੰ ਵਾਈਗੋਸਕੀ ਦੀ ਗੱਲ ਆਉਂਦੀ ਹੈ ਤਾਂ ਇਹਦੀ ਥਿਊਰੀ ਦਾ ਨਾਮ ਹੀ ਸੋਸ਼ੋ ਕਲਚਰ ਥਿਊਰੀ ਹੈ। ਠੀਕ ਹੈ, ਸੋਸ਼ੋ ਕਲਚਰ ਥਿਊਰੀ, ਸਮਾਜਿਕ ਸੱਭਿਆਚਾਰਕ ਸਿਧਾਂਤ ਦਿੱਤਾ ਸੀਗਾ ਇਹਨੇ। ਠੀਕ ਹੈ, ਕਲਚਰਲ ਥਿਊਰੀ। ਇਹਦੇ ਬਾਰੇ ਆਪਾਂ ਹੋਰ ਪੜ੍ਹ ਲੈਂਦੇ ਹਾਂ, ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਕੁਐਸਚਨ ਵਾਈਗੋਸਕੀ ਦੀ ਥਿਊਰੀ ਦੇ ਵਿੱਚੋਂ ਬਾਰ-ਬਾਰ ਪੁੱਛੇ ਜਾਂਦੇ ਨੇਗੇ। ਸੋ ਚੈਨਲ ਦੇ ਨਾਲ ਜੁੜੇ ਰਹਿਓ, ਵੀਡੀਓ ਨੂੰ ਅਖੀਰ ਤੱਕ ਦੇਖਿਓ, ਅਤੇ ਜਿਹੜੇ ਵੀ ਪਿਛਲੇ ਵੀਡੀਓ ਦੇ ਵਿੱਚ ਕੁਛ ਕੁ ਮਿਸਟੇਕਸ ਹੋਈਆਂ ਸੀਗੀਆਂ, ਇੱਕ ਕੁਐਸਚਨ ਦੇ ਵਿੱਚ ਮਿਸਟੇਕ ਹੋਈ ਸੀਗੀ, ਉਹ ਵੀ ਆਪਾਂ ਇਸ ਦੇ ਵਿੱਚ ਸਹੀ ਕਰ ਲਾਂਗੇ। ਚੈਨਲ ਦੇ ਨਾਲ ਲਗਾਤਾਰ ਜੁੜੇ ਰਹੋ, ਵੀਡੀਓ ਨੂੰ ਆਖਰੀ ਤੱਕ ਦੇਖਿਓ। ਤਾਂ ਹੁਣ ਆਪਾਂ ਵਾਈਗੋਸਕੀ ਬਾਰੇ ਪੜ੍ਹ ਲੈਂਦੇ ਹਾਂ। ਤਾਂ ਵਾਈਗੋਸਕੀ ਦਾ ਪੂਰਾ ਨਾਮ ਲੀਵ ਵਾਈਗੋਸਕੀ ਹੈ ਜੀ। ਰਸ਼ੀਅਨ ਸੋਸ਼ਲ ਕੰਸਟਰਕਟਿਵਿਸਟ ਹੋਏ ਨੇ ਇਹ। ਠੀਕ ਹੈ, ਨੋਟ ਕਰਦੇ ਜਾਣਾ। ਲੀਵ ਵਾਈਗੋਸਕੀ ਕੌਣ ਸੀ? ਰਸ਼ੀਅਨ ਸਾਈਕੋਲੋਜਿਸਟ ਸੀਗੇ। ਠੀਕ ਹੈ, ਅਤੇ ਇਹਨਾਂ ਦੀ ਥਿਊਰੀ ਨੂੰ ਸੋਸ਼ੋ ਕਲਚਰ ਥਿਊਰੀ ਵੀ ਕਿਹਾ ਜਾਂਦਾ ਹੈ। ਸੋਸ਼ੋ ਕਲਚਰ ਥਿਊਰੀ। ਅਤੇ ਇਹਨਾਂ ਨੇ ਕਿਹਾ ਸੀ ਕਿ ਬੌਧਿਕ ਵਿਕਾਸ ਦੇ ਵਿੱਚ ਸਮਾਜ ਦੀ ਜਿਹੜੀ ਭੂਮਿਕਾ ਹੈ ਉਹ ਬਹੁਤ ਮਹੱਤਵਪੂਰਨ ਹੁੰਦੀ ਹੈ। ਠੀਕ ਹੈ, ਸਮਾਜ ਜਿਹੜਾ ਹੈਗਾ ਹੈ ਅਰਥ ਨਿਰਮਾਣ ਕਰਨ ਦੇ ਵਿੱਚ, ਠੀਕ ਹੈ, ਅਹਿਮ ਰੋਲ ਅਦਾ ਕਰਦਾ ਹੈਗਾ। ਅਤੇ ਇਹਨਾਂ ਨੇ 3 ਮਹੱਤਵਪੂਰਨ ਜਿਹੜੇ ਪੱਖ ਨੇ ਇਹਨਾਂ ਦੀ ਥਿਊਰੀ ਦੇ, ਇੰਪੋਰਟੈਂਟ ਅਸਪੈਕਟਸ ਨੇ, ਉਹ SCL, ਸਾਰੇ ਜਾਣੇ ਨੋਟ ਕਰ ਲਿਓ। SCL, S ਮਤਲਬ ਸੋਸ਼ਲ ਇੰਟਰੈਕਸ਼ਨ, L ਮਤਲਬ ਲੈਂਗੁਏਜ, ਅਤੇ C ਮਤਲਬ ਕਲਚਰ। ਠੀਕ ਹੈ, ਇਹ ਇਹਨਾਂ ਦੀ ਥਿਊਰੀ ਦੇ ਮਹੱਤਵਪੂਰਨ ਅਸਪੈਕਟਸ ਨੇ, ਨੋਟ ਕਰਦੇ ਜਾਇਓ। ਅਤੇ ਇਸ ਤੋਂ ਇਲਾਵਾ ਜਿਹੜਾ ਵਾਰ-ਵਾਰ ਪੁੱਛਿਆ ਜਾਂਦਾ ਹੈਗਾ ਉਹ ਹੈ ZPD। ਠੀਕ ਹੈ, ZPD ਅਤੇ ਸਕੈਫੋਲਡਿੰਗ। ਕੀ ਹੁੰਦਾ ZPD? ਇਹਨੂੰ ਆਪਾਂ ਜਾਣ ਲੈਂਦੇ ਹੈਗੇ। ZPD ਦੀ ਫੁੱਲ ਫਾਰਮ ਹੁੰਦੀ ਹੈ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਹੁਣ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਿਹਨੂੰ ਕਹਿੰਦੇ ਨੇਗੇ? ਤਾਂ ਇਹ ਵਾਲੀ ਡਾਇਗਰਾਮ ਨੂੰ ਸਮਝਣਾ ਸਾਨੂੰ ਜ਼ਰੂਰੀ ਹੋਊਗਾ। ਠੀਕ ਹੈ, ਇਹ ਵਾਲੀ ਡਾਇਗਰਾਮ ਨੂੰ ਸਮਝ ਲਿਓ ਤੁਸੀਂ, ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ। ਤਾਂ ਇੱਕ ਹੁੰਦਾ ਹੈ ਲੈਡ, ਇੱਕ ਹੁੰਦਾ ਹੈ ਲੈਪ। ਠੀਕ ਹੈ, ਲੈਪ ਅਤੇ ਲੈਡ ਦੇ ਜਿਹੜਾ ਵਿਚਕਾਰ ਅੰਤਰ ਹੁੰਦਾ ਉਹਨੂੰ ZPD ਕਹਿ ਦਿੰਦੇ ਆਪਾਂ। ਠੀਕ ਹੈ, ਤਾਂ ਇੱਕ ਹੁੰਦਾ ਲੈਡ ਦਾ ਮਤਲਬ ਹੁੰਦਾ ਲੈਵਲ ਆਫ ਐਕਚੁਅਲ ਡਿਵੈਲਪਮੈਂਟ, ਅਤੇ ਲੈਪ ਦਾ ਮਤਲਬ ਹੁੰਦਾ ਲੈਵਲ ਆਫ ਪੋਟੈਂਸ਼ੀਅਲ ਡਿਵੈਲਪਮੈਂਟ। ਇਹ ਦੋਨੋਂ ਹੁੰਦੇ ਕੀ ਨੇ ਇਹ ਵੀ ਦੇਖ ਲੈਂਦੇ ਆਪਾਂ। ਜਿਹੜਾ A ਹੈ ਉਹ ਲੈਡ ਹੈ ਜਿਵੇਂ। ਠੀਕ ਹੈ, ਵੀ ਲਰਨਰ ਹੈ ਜਿਹੜਾ ਸਿਖਿਆਰਥੀ ਹੈ ਉਹ ਵਿਦਆਊਟ ਹੈਲਪ ਕਿਵੇਂ ਕੁਛ ਕਰ ਸਕਦਾ ਹੈ? ਵਿਦਆਊਟ ਹੈਲਪ। ਠੀਕ ਹੈ, ਅਤੇ ਜਿਹੜਾ ZPD ਹੈ ਉਹ ਬਿਨਾਂ ਸਪੋਰਟ ਦੇ ਵਿਦਿਆਰਥੀ ਕੀ ਕਰ ਸਕਦਾ ਹੈਗਾ? ਠੀਕ ਹੈ, ਕੀ ਕਰ ਸਕਦਾ ਇਹ ਹੁੰਦਾ ਹੈਗਾ। ਅਤੇ ਜਿਹੜਾ ਹੁੰਦਾ ਹੈਗਾ ਲੈਡ, ਠੀਕ ਹੈ, ਲੈਪ, ਉਹ ਹੁੰਦਾ ਲਰਨਰ ਕਾਂਟ ਡੂ ਈਵਨ ਵਿਦ ਸਪੋਰਟ। ਠੀਕ ਹੈ, ਜਿਹੜਾ ਲਰਨਰ ਹੈ ਉਹ ਕਰ ਨਹੀਂ ਸਕਦਾ ਭਾਵੇਂ ਕਿ ਉਹਦੇ ਕੋਲ ਸਪੋਰਟ ਹੋਵੇ। ਠੀਕ ਹੈ, ਤਾਂ ਇਹਨਾਂ ਦੋਨਾਂ ਨੂੰ ਇਹ ਹੁੰਦੀ ਹੈ ਸਾਡੇ ਕੋਲ
ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਜਦੋਂ ਲਰਨਰ ਹੈ ਵਿਦਆਊਟ ਹੈਲਪ ਦੇ ਕੁਛ ਕਰਨ ਦੀ ਕੋਸ਼ਿਸ਼ ਕਰਦਾ ਹੈਗਾ, ਜਾਂ ਫਿਰ ਇਹਨੂੰ ਕਹਿ ਦਿੱਤਾ ਜਾਂਦਾ ਕਿ ਏ ਅਤੇ ਬੀ ਦੇ ਵਿਚਕਾਰਲਾ ਫਰਕ ਹੈਗਾ ਜਿਹੜਾ, ਠੀਕ ਹੈ, ਏ ਅਤੇ ਬੀ ਦੇ ਵਿਚਕਾਰਲੀ ਜਿਹੜੀ ਦੂਰੀ ਹੈ ਉਹਨੂੰ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਹਿ ਦਿੰਦੇ ਹੈਗੇ। ਏ ਦਾ ਮਤਲਬ ਵਿਦਆਊਟ ਹੈਲਪ, ਬੀ ਦਾ ਮਤਲਬ ਵਿਦ ਹੈਲਪ, ਠੀਕ ਹੈ। ਇਹਨਾਂ ਦੇ ਵਿਚਕਾਰ ਦੀ ਜਿਹੜੀ ਦੂਰੀ ਹੈਗੀ ਉਹਨੂੰ ਆਪਾਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਵੀ ਕਹਿ ਦਿੰਦੇ ਹੈਗੇ। ਤਾਂ ਇਹ ਡਾਇਗਰਾਮ ਹੈ ਜੀ, ਤੁਸੀਂ ਇਸ ਨੂੰ ਦੇਖ ਲੈਣਾ, ਠੀਕ ਹੈ ਜੀ। ਉਸ ਤੋਂ ਅਗਲਾ ਕੰਸੈਪਟ ਆਉਂਦਾ ਹੈ ਸਕੈਫੋਲਡਿੰਗ। ਸਕੈਫੋਲਡਿੰਗ ਹੁੰਦਾ ਹੈ ਪ੍ਰੋਸੈਸ ਆਫ ਹੈਲਪ, ਠੀਕ ਹੈ। ਜਦੋਂ ਆਪਾਂ ਟੈਂਪਰੇਰੀ ਕਿਸੇ ਨੂੰ ਹੈਲਪ ਦਿੰਦੇ ਹੈਗੇ, ਚਾਹੇ ਉਹ ਅਧਿਆਪਕ ਹੋਵੇ, ਚਾਹੇ ਕੋਈ ਬੱਚਾ ਹੋਵੇ, ਠੀਕ ਹੈ, ਉਹਨਾਂ ਦੇ ਗਰੁੱਪ ਦਾ ਹੋਵੇ, ਉਹਦੇ ਦੁਆਰਾ ਹੈਲਪ ਦਿੱਤੀ ਜਾਂਦੀ ਹੈ ਬੱਚੇ ਨੂੰ, ਤਾਂ ਉਸ ਨੂੰ ਮਤਲਬ ਕਿਸੇ ਗੋਲ ਨੂੰ ਅਚੀਵ ਕਰਨ ਦੇ ਲਈ ਉਸ ਨੂੰ ਆਪਾਂ ਕਹਿ ਦਿੰਦੇ ਹੈਗੇ ਸਕੈਫੋਲਡਿੰਗ, ਠੀਕ ਹੈ ਜੀ। ਇਹ ਹੁੰਦੀ ਹੈ ਸਕੈਫੋਲਡਿੰਗ। ਇਹ ਤੋਂ ਇਲਾਵਾ ਮਤਲਬ ਵਾਈਗੋਸਕੀ ਨੇ ਨਾ ਸਪੀਚਸ ਦੀਆਂ ਟਾਈਪਸ ਦਿੱਤੀਆਂ ਸੀਗੀਆਂ। ਉਹ 3 ਟਾਈਪ ਦੀਆਂ ਸਪੀਚਸ ਦੀ ਗੱਲ ਕਰਦਾ ਹੈ। ਇੱਕ ਸੋਸ਼ਲ ਸਪੀਚ ਹੁੰਦੀ ਹੈ ਜਿਹੜੀ 2 ਸਾਲ ਤੋਂ ਤੱਕ ਹੁੰਦੀ ਹੈਗੀ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਆਉਂਦੀ ਹੈਗੀ ਪ੍ਰਾਈਵੇਟ ਸਪੀਚ ਆਉਂਦੀ ਹੈ 3 ਤੋਂ ਲੈ ਕੇ 7 ਸਾਲ ਤੱਕ ਦੀ ਹੁੰਦੀ ਹੈ ਇਹ। ਅਤੇ ਸਾਈਲੈਂਟ ਅਤੇ ਇਨਰ ਸਪੀਚ ਹੁੰਦੀ ਹੈ ਅਬਵ 7+ ਹੁੰਦੇ ਨੇ ਜਿਹੜੇ, ਠੀਕ ਹੈ। 7+ ਜਿਹੜੇ ਬੱਚੇ ਹੁੰਦੇ ਨੇ ਉਹਨਾਂ 'ਚ ਸਾਈਲੈਂਟ ਇਨਰ ਸਪੀਚ ਹੁੰਦੀ ਹੈਗੀ। ਜ਼ਿਆਦਾ ਜਿਹੜੀ ਇੰਪੋਰਟੈਂਟ ਆ ਪ੍ਰਾਈਵੇਟ ਸਪੀਚ ਹੈ। ਪ੍ਰਾਈਵੇਟ ਸਪੀਚ ਮਤਲਬ ਬੱਚਾ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ ਗਾ, ਠੀਕ ਹੈ। ਇਸ ਨੂੰ ਬਾਰ-ਬਾਰ ਪੁੱਛਿਆ ਵੀ ਜਾਂਦਾ ਰਿਹਾ ਪੇਪਰਾਂ ਦੇ ਵਿੱਚ, ਨੋਟ ਕਰ ਲਿਓ। ਅਤੇ 3 ਤੋਂ 7 ਮਤਲਬ 3 ਤੋਂ 7 ਸਾਲਾਂ ਤੱਕ ਇਹ ਹੁੰਦੀ ਹੈਗੀ ਪ੍ਰਾਈਵੇਟ ਸਪੀਚ ਹੈ ਜਿਹੜੀ। ਉਸ ਤੋਂ ਬਾਅਦ ਐਲੀਮੈਂਟਰੀ ਮੈਂਟਲ ਫੰਕਸ਼ਨ ਦਿੱਤੇ ਸੀ, ਇਹ ਵੀ ਨੋਟ ਕਰ ਲਿਓ। ਅਟੈਂਸ਼ਨ, ਸੈਂਸੇਸ਼ਨ, ਪਰਸੈਪਸ਼ਨ ਅਤੇ ਮੈਮਰੀ, ਠੀਕ ਹੈ। ਵਾਈਗੋਸਕੀ ਦਾ ਇੱਕ ਕਥਨ ਵੀ ਹੈ ਕਿ ਵਿਚਾਰ ਹੈ ਜਿਹੜੇ ਉਹ ਭਾਸ਼ਾ ਦਾ ਪਿੱਛਾ ਕਰਦੇ ਨੇ। ਇਹ ਸਾਰੇ ਤੁਸੀਂ ਨੋਟ ਕਰ ਲਿਓ, ਵਿਚਾਰ ਭਾਸ਼ਾ ਦਾ ਪਿੱਛਾ ਕਰਦੇ ਨੇ, ਠੀਕ ਹੈ। ਇਹਦੀ ਜਿਹੜੀ ਥਿਊਰੀ ਹੈ ਪਿਆਜੇ ਦੀ ਥਿਊਰੀ ਤੋਂ ਉਲਟ ਹੈਗੀ, ਠੀਕ ਹੈ। ਮੈਂ ਨੋਟ ਕਰਵਾ ਦਿੰਦਾ ਗਾ, ਠੀਕ ਹੈ, ਤੁਸੀਂ ਲਿਖ ਲਿਓ। ਵਾਈਗੋਸਕੀ, ਪਹਿਲਾਂ ਵਾਈਗੋਸਕੀ ਵਾਲਾ ਲਿਖਾ ਰਹੇ ਹਾਂ। ਵਾਈਗੋਸਕੀ ਕੀ ਕਹਿੰਦਾ ਹੈ? ਵਾਈਗੋਸਕੀ ਕਹਿੰਦਾ ਹੈ ਜਿਹੜੇ ਵਿਚਾਰ ਹੈ, ਜਿਹੜੇ ਵਿਚਾਰ ਨੇ, ਵਿਚਾਰ ਭਾਸ਼ਾ ਦਾ ਪਿੱਛਾ ਕਰਦੇ ਨੇ, ਭਾਸ਼ਾ ਦਾ ਪਿੱਛਾ ਕਰਦੇ ਹਨ, ਠੀਕ ਹੈ। ਅਤੇ ਜਿਹੜਾ ਪਿਆਜੇ ਹੈ, ਪਿਆਜੇ ਤੋਂ ਉਲਟ ਕਹਿੰਦਾ ਕਿ ਭਾਸ਼ਾ ਵਿਚਾਰਾਂ ਦਾ ਪਿੱਛਾ ਕਰਦੀ ਹੈ, ਠੀਕ ਹੈ ਜੀ। ਤਾਂ ਇਹ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਹੈਗਾ। ਇਹ ਇੱਕ ਰੈਸੀਪ੍ਰੋਕਲ ਟੀਚਿੰਗ ਦਾ ਕੰਸੈਪਟ ਆਇਆ ਹੈਗਾ। ਰੈਸੀਪ੍ਰੋਕਲ ਟੀਚਿੰਗ ਕੀ ਹੁੰਦੀ ਹੈ? ਇਹਦੇ ਵਿੱਚ ਪ੍ਰੈਡਿਕਟਿੰਗ ਹੁੰਦੀ ਹੈ, ਠੀਕ ਹੈ। ਇਹਦੇ ਸਟੈਪ ਹੁੰਦੇ ਨੇਗੇ, ਮਤਲਬ ਪੁਆਇੰਟ ਨੇਗੇ, ਨੋਟ ਕਰ ਲਿਓ। ਪ੍ਰੈਡਿਕਟਿੰਗ, ਕੁਐਸਚਨ ਜਨਰੇਸ਼ਨ, ਕਲੈਰੀਫਾਇੰਗ ਅਤੇ ਸਮਰਾਈਜ਼ਿੰਗ, ਠੀਕ ਹੈ। ਭਵਿੱਖਬਾਣੀ ਕਰਨਾ, ਪ੍ਰਸ਼ਨ ਉਤਪੰਨ ਕਰਨਾ, ਠੀਕ ਹੈ, ਅਤੇ ਸਪਸ਼ਟ ਕਰਨਾ, ਸਾਰਾਂਸ਼ ਕਰਨਾ, ਇਹ ਰੈਸੀਪ੍ਰੋਕਲ ਟੀਚਿੰਗ ਦੇ ਕੰਸੈਪਟ ਨੇ। ਇਹਨੂੰ ਨੋਟ ਕਰ ਲਿਓ। ਇਹ ਸਾਰਾ ਕੁਛ ਵਾਰ-ਵਾਰ ਪੁੱਛਿਆ ਜਾਂਦਾ ਹੈਗਾ, ਜਿੰਨਾ ਵੀ ਮੈਂ ਤੁਹਾਨੂੰ ਨੋਟ ਕਰਵਾਇਆ ਹੈਗਾ। ਵੀਡੀਓ ਨੂੰ ਜੇ ਲਾਈਕ ਨਹੀਂ ਕੀਤਾ ਤਾਂ ਪਲੀਜ਼ 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 ਲਾਈਕ ਕਰ ਦਿਓ ਵੀਡੀਓ ਨੂੰ। ਤੁਹਾਡਾ ਇੱਕ ਲਾਈਕ ਮੈਨੂੰ ਬੜਾ ਮੋਟੀਵੇਟ ਕਰਦਾ ਹੈਗਾ ਹੋਰ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਉਣ ਦੇ ਲਈ, ਠੀਕ ਹੈ। ਤਾਂ ਇਸ ਦੇ ਵਿੱਚੋਂ ਘੱਟੋ ਘੱਟ ਆਪਾਂ 10 ਕੁਐਸਚਨ ਕਰ ਲਏ। ਤੁਹਾਨੂੰ ਇਹ ਵੀ ਨਹੀਂ ਪਤਾ ਲੱਗਾ ਵੀ ਇੱਕ ਕੁਐਸਚਨ ਦੇ ਵਿੱਚ ਆਪਾਂ 10 ਕੁਐਸਚਨ ਕਰ ਚੁੱਕੇ ਹਾਂਗੇ ਹੁਣ, ਠੀਕ ਹੈ ਜੀ। ਤਾਂ ਅਗਲਾ ਸਵਾਲ ਦੇਖਦੇ ਹਾਂ ਆਪਾਂ। ਅਗਲਾ ਸਵਾਲ ਹੈਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਵਿਕਾਸਾਤਮਕ, ਠੀਕ ਹੈ, ਮਨੋਵਿਗਿਆਨ ਵਿੱਚ ਚਰਚਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ? ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਮੈਟਰ ਆਫ ਡਿਬੇਟ ਇਨ ਡਿਵੈਲਪਮੈਂਟ ਸਾਈਕੋਲੋਜੀ? ਮਾਈਂਡ, ਬਾਡੀ, ਨੇਚਰ, ਨਰਚਰ, ਵਨ ਕੋਰਸ ਆਫ ਡਿਵੈਲਪਮੈਂਟ, ਮੈਨੀ ਕੋਰਸਿਸ ਆਫ ਡਿਵੈਲਪਮੈਂਟ, ਸਟੇਜ ਵਾਈਜ਼, ਨੋ ਸਟੇਜ। ਤਾਂ ਇਹਦੇ ਵਿੱਚ ਜਿਹੜਾ ਹੈਗਾ ਮਨ ਅਤੇ ਸਰੀਰ ਨੂੰ, ਠੀਕ ਹੈ, ਇਹਦਾ ਜਿਹੜਾ ਹੈਗਾ ਗਾ ਵਿਕਾਸਾਤਮਕ ਜਿਹੜਾ ਵਿਸ਼ਾ ਮਨੋਵਿਗਿਆਨ ਦਾ ਚਰਚਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ। ਇਹਦੇ ਵਿੱਚ ਬਾਕੀ ਸਾਰੇ ਕੀ ਹੁੰਦੇ ਨੇਗੇ, ਵਿਸ਼ੇ ਮੰਨੇ ਜਾਂਦੇ ਨੇਗੇ। ਅਗਲਾ ਸਵਾਲ ਹੈ ਸਾਡੇ ਕੋਲੇ, ਹੇਠ ਲਿਖਿਆਂ ਵਿੱਚੋਂ ਕਿਹੜੇ ਪੜਾਅ ਵਿੱਚ ਬੱਚਾ ਕ੍ਰਿਤਕ ਵਿਸ਼ਵਾਸ, ਮੇਕ ਬਲੀਵ ਖੇਡ ਵਿੱਚ ਰੁੱਝਿਆ ਰਹਿੰਦਾ ਹੈ? ਇੰਗਲਿਸ਼ ਦੇ ਵਿੱਚ ਵੀ ਦੱਸ ਦਿੰਦਾ। ਇਨ ਵਿਚ ਆਫ ਦਾ ਫੋਲੋਇੰਗ ਸਟੇਜਸ ਚਿਲਡਰਨ ਆਰ ਏਬਲ ਟੂ ਇੰਗੇਜ ਇਨ ਮੇਕ ਬਲੀਵ ਪਲੇ? ਤਾਂ ਇਹ ਜਿਹੜਾ ਸਵਾਲ ਹੈ ਫਾਰਮਲ ਓਪਰੇਸ਼ਨਲ, ਕੰਕਰੀਟ ਓਪਰੇਸ਼ਨਲ, ਪ੍ਰੀ ਓਪਰੇਸ਼ਨਲ, ਸੈਂਸਰੀ ਮੋਟਰ, ਹੈ ਨਾ। ਤਾਂ ਇਹ ਆਪਾਂ ਉਸ ਦਿਨ ਵੀ ਪੜ੍ਹਿਆ ਸੀਗਾ, ਠੀਕ ਹੈ। ਇਹ ਕਿਹਦੀ ਥਿਊਰੀ 'ਚੋਂ ਹੈ? ਜੀਨ ਪਿਆਜੇ ਦੀ ਥਿਊਰੀ 'ਚੋਂ ਆਇਆ ਹੋਇਆ ਸਵਾਲ ਹੈਗਾ। ਜੀਨ ਪਿਆਜੇ ਦੀ ਜਿਹੜੀ ਸੈਂਸਰੀ ਮੋਟਰ ਕਿੰਨੀ ਤੋਂ ਹੁੰਦੀ ਹੈ? 0 ਤੋਂ 2 ਸਾਲ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਪ੍ਰੀ ਓਪਰੇਸ਼ਨ ਹੁੰਦੀ ਹੈ 2 ਤੋਂ 7 ਸਾਲ, ਕੰਕਰੀਟ ਓਪਰੇਸ਼ਨਲ 7 ਤੋਂ 11 ਸਾਲ, ਠੀਕ ਹੈ। 11 ਤੋਂ ਅਬਵ ਜਿਹੜੀ ਆ ਜਾਂਦੀ ਹੈਗੀ ਫਾਰਮਲ ਓਪਰੇਸ਼ਨਲ ਆ ਜਾਂਦੀ ਹੈਗੀ। ਤਾਂ ਹੁਣ ਜਿਹੜਾ ਇਹਦਾ ਸਹੀ ਆਨਸਰ ਹੈਗਾ, ਠੀਕ ਹੈ, ਮੇਕ ਬਲੀਵ ਕਿਹੜੇ ਵਿੱਚ ਰੱਖਦਾ ਗਾ? ਉਹ ਰੱਖਦਾ ਹੈਗਾ ਪ੍ਰੀ ਓਪਰੇਸ਼ਨਲ ਦੇ ਵਿੱਚ।
ਆਪਾਂ ਜੀਨ ਪਿਆਜੇ ਦੇ ਨਾਲ ਉਹਦੇ ਰਿਲੇਟਡ ਇੱਕ ਕੁਐਸਚਨ ਕੀਤਾ ਸੀ, ਜਿਹਤੇ ਨਾ ਮੈਥੋਂ ਟਿਕ ਸੀਗੀ ਜਿਹੜੀ ਉਹ ਗਲਤ ਲੱਗ ਗਈ ਸੀਗੀ। ਉਹਦਾ ਆਨਸਰ ਸੀਗਾ ਫਾਰਮਲ ਓਪਰੇਸ਼ਨਲ। ਜੋ ਸਵਾਲ ਸੀਗਾ ਉਹ ਉੱਪਰ ਪਿਆ ਸਵਾਲ ਉਹ, ਠੀਕ ਹੈ। ਇਹ ਦੇਖਦੇ ਹਾਂ ਆਪਾਂ। ਉਹ ਸਵਾਲ ਸੀਗਾ, ਪਿਆਜੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਪੜਾਅ ਵਿੱਚ ਬੱਚਾ ਅਮੂਰਤ ਸੰਕਲਪਨਾਵਾਂ ਬਾਰੇ ਤਾਰਕਿਕ ਰੂਪ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਹੈਗਾ। ਤਾਂ ਮੈਂ ਉਹਦੇ ਮਤਲਬ ਤਾਰਕਿਕ ਰੂਪ ਮੇਰੇ ਧਿਆਨ 'ਚ ਰਹਿ ਗਿਆ, ਬਟ ਜਿਹੜਾ ਇਹ ਸੀ ਨਾ ਅਬਸਟਰੈਕਟ ਕਨਸੈਪਟ ਸੀਗਾ। ਜਿਹੜੀ ਅਬਸਟਰੈਕਟ ਥਿੰਕਿੰਗ ਹੁੰਦੀ ਆ ਉਹ ਫਾਰਮਲ ਓਪਰੇਸ਼ਨਲ ਸਟੇਜ ਦੇ ਵਿੱਚ ਹੁੰਦੀ ਹੈਗੀ, ਠੀਕ ਹੈ। ਅਬਸਟਰੈਕਟ ਥਿੰਕਿੰਗ ਦੇ ਵਿੱਚ ਜਿਹੜੀ ਹੁੰਦੀ ਹੈਗੀ ਉਹ ਫਾਰਮਲ ਓਪਰੇਸ਼ਨਲ ਸਟੇਜ ਦੇ ਵਿੱਚ ਹੁੰਦੀ ਹੈਗੀ। ਤਾਂ ਅੱਜ ਵੀ ਆਪਾਂ ਥੋੜ੍ਹੀਆਂ ਨਾਲੇ ਤੁਹਾਡੀ ਪ੍ਰੈਕਟਿਸ ਹੋ ਜੂਗੀ। ਤਾਂ ਇਸ ਵੀਡੀਓ ਨੂੰ ਤੇਜ਼ ਕਰ ਲਿਓ, ਜਿਹੜੇ ਹਾਲੇ ਨਹੀਂ ਉਹ ਕਰ ਰਹੇ, ਠੀਕ ਹੈ। ਪਰ ਇਹ ਪੜ੍ਹਨਾ ਜ਼ਰੂਰੀ ਹੈ। ਜਿੰਨਾ ਬਾਰ-ਬਾਰ ਪੜ੍ਹੋਗੇ, ਜਿੰਨੀ ਮਤਲਬ ਐਕਸਰਸਾਈਜ਼ ਕਰੋਗੇ, ਓਨਾ ਹੀ ਤੁਹਾਡਾ ਮਤਲਬ ਕੀ ਹੋਊਗਾ, ਪਰਫੈਕਸ਼ਨ ਆਈ ਜਾਊਗੀ ਤੁਹਾਡੇ ਕੋਲੇ, ਠੀਕ ਹੈ। ਤਾਂ ਆਪਾਂ ਜੀਨ ਪਿਆਜੇ ਦੀ ਥਿਊਰੀ ਨੂੰ ਇੱਕ ਵਾਰ ਹੋਰ ਦੇਖ। ਜੀਨ ਪਿਆਜੇ ਦੀ ਥਿਊਰੀ ਨੂੰ ਕੋਗਨੇਟਿਵ ਥਿਊਰੀ ਵੀ ਕਿਹਾ ਜਾਂਦਾ ਹੈ, ਫਾਦਰ ਆਫ ਡਿਵੈਲਪਮੈਂਟ ਸਾਈਕੋਲੋਜੀ ਵੀ ਕਿਹਾ ਜਾਂਦਾ ਹੈ। ਇਹ ਸਟੇਜਾਂ ਦਿੱਤੀਆਂ ਹੋਈਆਂ ਨੇ, ਸੈਂਸਰੀ ਮੋਟਰ, ਪ੍ਰੀ ਓਪਰੇਸ਼ਨਲ, ਕੰਕਰੀਟ ਓਪਰੇਸ਼ਨਲ, ਫਾਰਮਲ ਓਪਰੇਸ਼ਨਲ, ਠੀਕ ਹੈ। ਅਤੇ ਜਿਹੜਾ ਹੈਗਾ ਗਾ ਐਨੀਮਿਜ਼ਮ ਹੋ ਜਾਂਦਾ ਗਾ। ਐਨੀਮਿਜ਼ਮ ਕੀ ਸ਼ੁਰੂ ਹੁੰਦਾ ਗਾ, ਉਹ ਪ੍ਰੀ ਓਪਰੇਸ਼ਨਲ ਸਟੇਜ ਦੇ ਵਿੱਚ ਹੁੰਦਾ। ਅੱਜ ਆਪਾਂ ਸਿਰਫ ਪ੍ਰੀ ਓਪਰੇਸ਼ਨਲ ਸਟੇਜ ਪੜ੍ਹਾਉਣਾ ਮੈਂ ਤੁਹਾਨੂੰ, ਠੀਕ ਹੈ। ਪ੍ਰੀ ਓਪਰੇਸ਼ਨਲ ਸਟੇਜ ਪੜ੍ਹਾਉਣਾ ਗਾ। ਤਾਂ ਇਹ ਹੁੰਦੀ ਹੈ ਪ੍ਰੀ ਓਪਰੇਸ਼ਨਲ ਸਟੇਜ, ਜਿਹੜੀ 2 ਤੋਂ 7 ਸਾਲ ਤੱਕ ਦੀ ਹੁੰਦੀ ਹੈਗੀ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਗਾ, ਇਹਨੂੰ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਗਾ। ਇੱਕ ਪ੍ਰੀ ਕੰਸੈਪਚੁਅਲ ਸਟੇਜ ਹੁੰਦੀ ਹੈ, ਇੱਕ ਇੰਟਿਊਟਿਵ ਸਟੇਜ ਹੁੰਦੀ ਹੈਗੀ, ਠੀਕ ਹੈ। ਇਹ ਪ੍ਰੀ ਕੰਸੈਪਸ਼ਨ ਸਟੇਜ ਦਾ ਜਿਹੜਾ ਮਤਲਬ ਹੈਗਾ 2 ਤੋਂ 4 ਸਾਲਾਂ ਤੱਕ ਹੁੰਦਾ ਹੈ। ਇਹਦੇ ਵਿੱਚ ਇਹਨੂੰ ਇਮੀਟੇਸ਼ਨ ਏਜ ਵੀ ਕਹਿੰਦੇ, ਇਮੀਟੇਸ਼ਨ ਮਤਲਬ ਨਕਲ ਕਰਨਾ, ਠੀਕ ਹੈ। ਈਗੋ ਸੈਂਟਰਿਜ਼ਮ, ਬੱਚਾ ਕਹਿੰਦਾ ਮੈਂ ਬ੍ਰਹਿਮੰਡ ਦਾ ਕੇਂਦਰ, ਮਤਲਬ ਬੱਚਾ ਆਪਦੇ ਆਪ ਨੂੰ ਮੰਨਦਾ ਹੁੰਦਾ ਵੀ ਸਾਰੇ ਜਿਹੜੀ ਗਤੀਵਿਧੀ ਹੋ ਰਹੀ ਹੈ ਉਹ ਉਸੇ ਦੇ ਕਰਕੇ ਹੋ ਰਹੀ ਹੈ, ਉਸੇ ਦੇ ਆਲੇ ਦੁਆਲੇ ਬਣੀ ਹੋਈ ਹੈਗੀ। ਐਨੀਮਿਜ਼ਮ ਹੁੰਦਾ ਹੈਗਾ, ਬੱਚੇ ਜਿਹੜੀਆਂ ਅਮੂਰਤ ਚੀਜ਼ਾਂ ਦੇ ਨਾਲ ਗੱਲਾਂ ਕਰਦੇ ਨੇਗੇ, ਠੀਕ ਹੈ। ਮਤਲਬ ਨਿਰਜੀਵ ਚੀਜ਼ਾਂ ਨਾਲ, ਅਮੂਰਤ ਕਹਿ ਗਿਆ ਸੌਰੀ, ਨਿਰਜੀਵ ਚੀਜ਼ਾਂ ਨੂੰ ਜੀਵਤ ਮੰਨਦੇ ਨੇ, ਉਹਨਾਂ ਨਾਲ ਗੱਲਾਂ ਕਰਦੇ ਨੇਗੇ, ਠੀਕ ਹੈ। ਲੈਕ ਆਫ ਰਿਵਰਸੀਬਲ ਥਿੰਕਿੰਗ ਹੁੰਦੀ ਹੈਗੀ, ਮਤਲਬ ਰਿਵਰਸੀਬਲ ਥਿੰਕਿੰਗ ਇਹ ਹੁੰਦਾ ਹੈਗਾ ਵੀ ਬੱਚੇ ਨਾ ਕਿਸੇ ਚੀਜ਼ ਨੂੰ ਜਿਵੇਂ ਮੰਨ ਲੈਂਦੇ ਨੇ, ਉਹ ਉਹਦਾ ਉਲਟ ਨਹੀਂ ਸੋਚ ਸਕਦੇ, ਠੀਕ ਹੈ। ਉਹ ਬੈਕ ਨਹੀਂ ਜਾ ਸਕਦੇ। ਮੰਨ ਲਓ ਤੁਸੀਂ ਕਾਗਜ਼ ਹੈਗਾ, ਕਾਗਜ਼ ਮਤਲਬ ਉਹਨੂੰ ਦੇਖ ਵੀ ਹਾਂ ਕਾਗਜ਼ ਕਿੱਡਾ ਵੱਡਾ ਗਾ, ਉਹਨੂੰ ਪਾੜ ਕੇ, ਠੀਕ ਹੈ, ਉਹਦੇ ਸਾਹਮਣੇ ਮਤਲਬ ਫਿਰ ਉਹ ਸੋਚੂਗਾ ਵੀ ਹਾਂ ਉਹ ਵੱਡਾ ਸੀਗਾ, ਠੀਕ ਹੈ, ਇਹ ਛੋਟੇ ਨੇਗੇ, ਠੀਕ ਹੈ। ਮਤਲਬ ਕਾਗਜ਼ ਤਾਂ ਉਹੀ ਹੈ, ਕਾਗਜ਼ ਤਾਂ ਸੇਮ ਰਿਹਾ, ਤੁਸੀਂ ਉਹਦੇ ਪਾਰਟਸ ਕਰਤੇ, ਠੀਕ ਹੈ। ਉਹ ਹੋਲ ਬਾਰੇ ਸੋਚੂਗਾ, ਪਾਰਟ ਬਾਰੇ ਨਹੀਂ ਸੋਚੂਗਾ। ਉਸ ਤੋਂ ਬਾਅਦ ਜਿਹੜੀ ਇੰਟਿਊਟਿਵ ਸਟੇਜ ਹੁੰਦੀ ਹੈ ਉਹ 4 ਤੋਂ 7 ਸਾਲ ਤੱਕ ਦੀ ਹੁੰਦੀ ਹੈ, ਜਿਵੇਂ ਕੁਐਸਚਨਿੰਗ ਏਜ ਹੁੰਦੀ ਹੈ 'ਚ, ਠੀਕ ਹੈ। ਸਿੰਬੋਲਿਕ ਥਾਟਸ, ਸਿੰਬਲਸ ਦੇ ਦੁਆਰਾ ਸਮਝਦਾ ਹੈ। ਸੈਂਟਰੇਸ਼ਨ ਹੋ ਜਾਂਦੀ ਹੈਗੀ, ਠੀਕ ਹੈ, ਸੈਂਟਰੇਸ਼ਨ ਹੋ ਜਾਂਦੀ ਹੈ। ਟਰਾਂਸਡਕਟਿਵ ਰੀਜ਼ਨਿੰਗ ਹੁੰਦੀ ਹੈਗੀ, ਬੱਚਾ ਜਿਵੇਂ ਜਿਹੇ ਜਿਹਾ ਉਹਦੇ ਸਾਹਮਣੇ ਆ ਉਹ ਉਹੇ ਜਿਹਾ ਹੀ ਸੋਚੂਗਾ, ਉਹਦੇ ਕੋਲ ਉਹਦੀ ਕੋਈ ਲੌਜੀਕਲ ਨਹੀਂ ਹੁੰਦਾ, ਠੀਕ ਹੈ। ਇਰਰਿਵਰਸੀਬਿਲਟੀ ਹੁੰਦੀ ਹੈਗੀ। ਇਰਰਿਵਰਸੀਬਿਲਟੀ ਮਤਲਬ ਤੁਸੀਂ ਇਸ ਢੰਗ ਨਾਲ ਸਮਝ ਸਕਦੇ ਹੋਗੇ, ਜਿਵੇਂ ਤੁਸੀਂ ਇੱਕ ਕਟੋਰੇ 'ਚ ਕੋਈ ਪਦਾਰਥ ਪਾ ਲਿਆ, ਕੋਈ ਪਾਣੀ ਪਾ ਲਿਆ, ਖੰਡ ਪਾ ਲਈ, ਠੀਕ ਹੈ। ਅਤੇ ਉਸੇ ਖੰਡ ਨੂੰ ਤੁਸੀਂ ਗਲਾਸ ਦੇ ਵਿੱਚ ਉਲਟਾ ਤਾ, ਠੀਕ ਹੈ। ਤਾਂ ਬੱਚਾ ਪਤਾ ਕੀ ਸੋਚੂਗਾ, ਬੱਚਾ ਇਹ ਸੋਚੂ ਵੀ ਤੁਸੀਂ ਪੁੱਛਿਆ ਉਹ ਤੋਂ ਵੀ ਕਿਹੜੇ ਚੀਜ਼ ਦੇ ਵਿੱਚ ਖੰਡ ਵੱਧ ਹੈਗੀ, ਤਾਂ ਉਹ ਗਲਾਸ ਦੇ ਵਿੱਚ ਕਹੂਗਾ, ਠੀਕ ਹੈ। ਉਹਨੂੰ ਇਸ ਚੀਜ਼ਾਂ ਬਾਰੇ ਨਹੀਂ ਪਤਾ ਹੋਊਗਾ ਵੀ ਜਿਹੜਾ ਹੈਗਾ ਮਤਲਬ ਇਹ ਵੱਧ ਕਿਹਦੇ ਵਿੱਚ ਹੈਗੀ, ਠੀਕ ਹੈ। ਉਹ ਜਸਟ ਜਿਹੜਾ ਉਹਦੇ ਸਾਹਮਣੇ ਹੋਊਗਾ ਉਸੇ ਬਾਰੇ ਹੀ ਸੋਚੂਗਾ, ਉੱਥੇ ਉਹਦੀ ਤਾਰਕਿਕ ਜਿਹੜੀ ਸ਼ਕਤੀ ਹੈ ਉਹ ਕੰਮ ਨਹੀਂ ਕਰੂਗੀ। ਤਾਂ ਜਦੋਂ ਇਹ ਸਵਾਲ ਐਵੇਂ ਰਿਲੇਟਡ ਪੁੱਛਿਆ ਜਾਊਗਾ ਤਾਂ ਤੋਂ ਵੀ ਜਦੋਂ ਬੱਚੇ ਕੋਲ ਇਰਰਿਵਰਸੀਬਿਲਟੀ ਹੁੰਦੀ ਨਹੀਂ ਗੀ, ਠੀਕ ਹੈ, ਇਰਰਿਵਰਸੀਬਿਲਟੀ ਉਹ ਸੋਚ ਨਹੀਂ ਸਕੂਗਾ, ਤਾਂ ਉਹ ਕਿਹੜੀ ਸਟੇਜ ਹੁੰਦੀ ਹੈ, ਤਾਂ ਉਹ ਪ੍ਰੀ ਓਪਰੇਸ਼ਨਲ ਹੁੰਦੀ ਹੈਗੀ। ਜਦੋਂ ਉਹ ਇਹੋ ਜਿਹੀਆਂ ਚੀਜ਼ਾਂ ਬਾਰੇ ਤਰਕ ਕਰਨਾ ਸ਼ੁਰੂ ਕਰ ਦੂਗਾ ਕਿ ਕਿਹੜਾ ਵੱਡਾ ਹੈ, ਜਿਵੇਂ ਕੰਜ਼ਰਵੇਸ਼ਨ ਦੇ ਵਿੱਚ ਆਪਾਂ ਕਨਸੈਪਟ ਪੜ੍ਹੇ ਸੀਗੇ, ਇਹ ਉੱਪਰ ਤੁਹਾਨੂੰ ਪੜ੍ਹਾ ਕੇ ਹਟਿਆ ਸੀ ਮੈਂ, ਕੰਜ਼ਰਵੇਸ਼ਨ ਦੇ ਵਿੱਚ ਜਿਵੇਂ ਡੀਸੈਂਟਰੇਸ਼ਨ ਅਤੇ ਰਿਵਰਸੀਬਿਲਟੀ, ਠੀਕ ਹੈ। ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇਕਰ ਹੁਣ ਇਹ ਜਿਹੜੀ ਚੀਜ਼ ਆ ਉਹ ਇਸ ਪੋਰਟ ਦੇ ਵਿੱਚ ਉਲਟਾ ਦਿੱਤੀ ਗਈ, ਠੀਕ ਹੈ, ਤਾਂ ਬੱਚਾ ਇਹਨਾਂ ਦੇ ਵਿੱਚੋਂ ਤਰਕ ਕਰੂਗਾ, ਠੀਕ ਹੈ, ਵੀ ਕਿਹੜਾ ਵੱਡਾ ਹੈ, ਐਕਚੁਅਲ ਦੇ ਵਿੱਚ ਕਿਹੜਾ ਵੱਡਾ ਹੈਗਾ, ਜਾਂ ਦੋਨੇ ਇਕੁਅਲ ਨੇਗੇ, ਠੀਕ ਹੈ। ਰਿਵਰਸੀਬਿਲਟੀ ਆ ਜਾਂਦੀ ਹੈਗੀ, ਉਹ ਕਲਾਸੀਫਿਕੇਸ਼ਨ ਵੀ ਕਰਨ ਲੱਗ ਜਾਂਦਾ ਸ਼ੇਪ ਦੀ, ਠੀਕ ਹੈ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਗਾ, ਠੀਕ ਹੈ। ਈਗੋ ਸੈਂਟਰਿਜ਼ਮ, ਸੈਂਟਰੇਸ਼ਨ, ਟਰਾਂਸਡਕਟਿਵ ਰੀਜ਼ਨਿੰਗ ਅਤੇ ਇਰਰਿਵਰਸੀਬਿਲਟੀ, ਠੀਕ ਹੈ ਜੀ। ਇਹ ਹੁੰਦੀ ਹੈ ਪ੍ਰੀ ਓਪਰੇਸ਼ਨਲ ਸਟੇਜ। ਤਾਂ ਇਸੇ ਦੇ ਵਿੱਚ ਹੀ ਮੇਕ ਬਲੀਵ ਵੀ ਆ ਜਾਂਦਾ ਗਾ, ਬਲੀਵ ਕਰਨਾ, ਠੀਕ ਹੈ, ਇਸ ਦੇ ਵਿੱਚ ਵੀ ਆ ਜਾਂਦਾ ਗਾ। ਤਾਂ ਇੱਕ ਹੋਰ ਸਵਾਲ ਜਿਹੜਾ ਵਾਰ-ਵਾਰ ਪੁੱਛਿਆ ਜਾਂਦਾ ਹੈਗਾ, ਜੀਨ ਪਿਆਜੇ ਦੀ ਬੌਧਿਕ ਅਤੇ ਗਿਆਨ ਮਸਾ ਸੰਬੰਧੀ ਦ੍ਰਿਸ਼ਟੀਕੋਣ ਨੂੰ ਜੈਨੇਟਿਕ ਐਪਿਸਟਮੋਲੋਜੀ ਕਹਿੰਦੇ ਨੇ, ਪਿਛਲੇ ਪੇਪਰ ਦੇ ਵਿੱਚ ਪੁੱਛਿਆ ਗਿਆ ਸਵਾਲ ਹੈਗਾ, ਠੀਕ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇੱਕ ਇਹਨਾਂ ਨੇ ਅਕਮੋਡੇਸ਼ਨ ਅਤੇ ਅਸਿਮੀਲੇਸ਼ਨ ਦਾ ਕੰਸੈਪਟ ਦਿੱਤਾ ਸੀ, ਸਕੀਮਾ ਵੀ ਇਹਨਾਂ ਦਾ ਹੀ ਕੰਸੈਪਟ ਹੈ, ਇਹ ਵੀ ਤੁਸੀਂ ਯਾਦ ਰੱਖਣਾ ਗਾ, ਠੀਕ ਹੈ।
ਫਾਰਮਲ ਓਪਰੇਸ਼ਨਲ ਜਿਹੜਾ ਉੱਪਰ ਕੁਐਸਚਨ ਗਲਤ ਹੋਇਆ ਸੀ, ਠੀਕ ਹੈ। ਫਾਰਮਲ ਓਪਰੇਸ਼ਨਲ ਸਟੇਜ ਹੁੰਦੀ ਹੈ ਜਿਹੜੀ 11 ਤੋਂ 14 ਸਾਲ ਤੱਕ ਦੀ ਹੁੰਦੀ ਹੈਗੀ, ਠੀਕ ਹੈ। ਇਸੇ ਦੇ ਵਿੱਚ ਅਬਸਟਰੈਕਟ ਥਿੰਕਿੰਗ ਆ ਜਾਂਦੀ ਹੈ। ਇਹਦੇ ਵਿੱਚ ਬੱਚਾ ਡਿਫਰੈਂਸ ਕਰਨ ਲੱਗ ਜਾਂਦਾ ਹੈ ਰੀਅਲ ਅਤੇ ਕਾਲਪਨਿਕ ਚੀਜ਼ਾਂ ਦੇ ਵਿੱਚ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣੀ ਹੈਗੀ। ਅਗਲਾ ਸਵਾਲ ਆਪਾਂ ਦੇਖ ਲੈਂਦੇ। ਸਵਾਲ ਨੰਬਰ 14 ਦੇਖੋ, ਜਦੋਂ ਕੋਈ ਬੱਚਾ ਦ੍ਰਵਮਾਨ ਦੀ ਸੁਰੱਖਿਆ ਦੀ ਸੰਕਲਪਨਾ ਨਹੀਂ ਕਰ ਸਕਦਾ, when a child is not able to conceptualize conservation of mass, which logical operation is not able to carry out, ਠੀਕ ਹੈ। ਜਦੋਂ ਕੋਈ ਬੱਚਾ ਪੋਟ ਦੇ ਵਿੱਚ ਪਈ ਖੰਡ ਨੂੰ ਅਤੇ ਗਲਾਸ ਦੇ ਵਿੱਚ ਪਈ ਖੰਡ ਨੂੰ ਨਹੀਂ ਸਮਝ ਸਕਦਾ ਤਾਂ ਇਹਨੂੰ ਕੀ ਕਹੋਗੇ ਤੁਸੀਂ, ਠੀਕ ਹੈ। ਉਸ ਕਨਸੈਪਟ ਨੂੰ ਨਹੀਂ ਸਮਝ ਸਕਦਾ ਤਾਂ ਇਸ ਨੂੰ ਕੀ ਕਹੋਗੇ, ਤਾਂ ਇਸ ਨੂੰ ਕਹੋਗੇ ਰਿਵਰਸੀਬਿਲਟੀ, ਠੀਕ ਹੈ। ਰਿਵਰਸੀਬਿਲਟੀ ਕਹੋਗੇ। ਹੁਣੀ ਤੁਸੀਂ ਪੜ੍ਹ ਕੇ ਵੀ ਹਟੇ ਹੋਗੇ, ਠੀਕ ਹੈ। ਜਦੋਂ ਉਹਨੇ ਮਾਸ ਨੂੰ ਨਹੀਂ ਸਮਝਿਆ, ਠੀਕ ਹੈ, ਮਾਸ ਨੂੰ ਨਹੀਂ ਸਮਝਿਆ, ਕੰਜ਼ਰਵੇਸ਼ਨ ਆਫ ਮਾਸ, ਠੀਕ ਹੈ, ਉਹਦੇ ਆਕਾਰ ਨੂੰ ਕੀ ਹੈਗਾ ਉਹ ਕਨਸੈਪਚੁਲਾਈਜ਼ ਨਹੀਂ ਕਰ ਸਕਿਆ, ਠੀਕ ਹੈ। ਅਸਮਰੱਥ ਸੀ ਉਸ ਚੀਜ਼ ਕਨੀਓ, ਤਾਂ ਇਸ ਨੂੰ ਕੀ ਕਿਹਾ ਜਾਊਗਾ, ਰਿਵਰਸੀਬਿਲਟੀ ਕਿਹਾ ਜਾਊਗਾ, ਠੀਕ ਹੈ। ਹਾਂ, ਉਹਨੇ ਖੰਡ ਨੂੰ ਤਾਂ ਮਤਲਬ ਉਹ ਇਸ ਚੀਜ਼ ਨੂੰ ਕੰਜ਼ਰਵ ਨਹੀਂ ਕਰ ਪਾਇਆ, ਠੀਕ ਹੈ, ਕੰਜ਼ਰਵ ਨਹੀਂ ਕਰ ਪਾਇਆ ਇਸ ਚੀਜ਼ ਨੂੰ। ਅਗਲਾ ਸਵਾਲ ਹੈਗਾ, ਅਜਿਹੀ ਧਾਰਨਾ ਜੋ ਭਾਸ਼ਾ ਨੂੰ ਦਿਮਾਗ ਦੀ ਸੰਰਚਨਾ ਵਿੱਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਵੇਖਦੀ ਹੈ, ਉਸ ਨੂੰ ਕਿਹਾ ਜਾ ਸਕਦਾ ਹੈ ਦ ਆਈਡੀਆ ਡੈਟ ਰਿਗਾਰਡਸ ਲੈਂਗੁਏਜ ਐਜ਼ ਯੂਨੀਕਲੀ ਹਿਊਮਨ ਅਕੰਪਲਿਸ਼ਮੈਂਟ ਅਟੈਚਡ ਇਨ ਟੂ ਸਟਰਕਚਰ ਆਫ ਦਾ ਬ੍ਰੇਨ ਕੈਨ ਬੀ ਕਾਲਡ ਐਜ਼ ਬਿਹੇਵੀਅਰਿਸਟ, ਸਾਈਕੋ ਐਨਾਲਿਟਿਕ, ਨਾਟਿਵਿਸਟ, ਕੰਸਟਰਕਟਿਵਿਸਟ। ਤਾਂ ਇਸ ਦਾ ਸਹੀ ਆਨਸਰ ਆ ਜਾਊਗਾ ਅਨੁਵੰਸ਼ਿਕਤਾਵਾਦੀ, ਨਾਟਿਵਿਸਟ, ਠੀਕ ਹੈ ਜੀ। ਅਗਲਾ ਸਵਾਲ ਹੈ ਸਾਡੇ ਕੋਲ, ਹੇਠ ਲਿਖਿਆਂ ਵਿੱਚੋਂ ਮਨੁੱਖ ਵਿੱਚ ਭਾਸ਼ਾ ਨਿਰਮਾਣ ਲਈ ਕਿਹੜਾ ਮਹੱਤਵਪੂਰਨ ਹੈ। ਸੱਜਾ ਹੈਮੀਸਫੇਅਰ, ਪੇਰੀਏਟਲ ਲੋਬ, ਵਰਨਿਕ ਦਾ ਖੇਤਰ, ਠੀਕ ਹੈ, ਜਾਂ ਬਰੋਕਾਜ਼ ਏਰੀਆ। ਤਾਂ ਇਹ ਕੀ ਹੈ, ਬਰੋਕਾਜ਼ ਏਰੀਆ ਇਸ ਦਾ ਆਨਸਰ ਹੋ ਜਾਊਗਾ। ਅਗਲਾ ਸਵਾਲ ਦੇਖ ਲਿਓ, ਜਦੋਂ ਬੱਚਾ ਆਪਣੇ ਸਾਥੀਆਂ ਦੇ ਦਬਾਅ ਵਿੱਚ ਆ ਜਾਂਦਾ ਹੈ ਉਸ ਸਥਿਤੀ ਨੂੰ ਉਦੋਂ ਕੀ ਕਿਹਾ ਜਾਂਦਾ ਹੈ, ਕੰਪੈਟਿਕ, ਫੋਲੋਇੰਗ, ਕੋਆਪਰੇਟਿੰਗ ਜਾਂ ਕਨਫਰਮਿੰਗ। ਤਾਂ ਇਸ ਨੂੰ ਆਪਾਂ ਕੋਆਪਰੇਟਿੰਗ ਕਹਿੰਦੇ ਹਾਂ, ਸਹਿਯੋਗ ਕਰਨਾ ਕਹਿੰਦੇ ਹੈਗੇ। ਉਸ ਤੋਂ ਅਗਲਾ ਸਵਾਲ ਹੈ, FAS ਤੋਂ ਤੁਸੀਂ ਕੀ ਸਮਝਦੇ ਹੋ। ਤਾਂ ਇਹਦਾ ਮਤਲਬ ਹੁੰਦਾ ਹੈ ਫੇਟਲ ਅਲਕੋਹਲ ਸਿੰਪਟਮ, ਫੀਟਲ ਅਲਕੋਹਲ ਸਿਸਟਮ, ਫਾਰਮਲ ਅਲਕੋਹਲ ਸਿਸਟਮ ਜਾਂ ਫੇਮਸ ਅਲਕੋਹਲ ਸਿਸਟਮ। ਤਾਂ ਫੀਟਲ ਅਲਕੋਹਲ ਸਿਸਟਮ ਇਸ ਦਾ ਸਹੀ ਆਨਸਰ ਹੋ ਜਾਊਗਾ, ਦੂਜਾ ਸਵਾਲ ਆਨਸਰ ਇਸ ਦਾ ਸਹੀ ਆਨਸਰ ਹੋ ਜਾਊਗਾ। ਅਗਲਾ ਸਵਾਲ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰਮਾਣਾਤਮਕ ਮੁਲਾਂਕਣ ਦਾ ਢੰਗ ਹੈ ਜਿਹੜਾ ਸਹੀ ਨਹੀਂ ਹੈ। ਤਾਂ ਐਨੂਅਲ ਐਗਜ਼ਾਮੀਨੇਸ਼ਨ, ਅਸਾਈਨਮੈਂਟ, ਗਰੁੱਪ ਵਰਕ ਜਾਂ ਕਲਾਸਰੂਮ ਡਿਸਕਸ਼ਨ। ਤਾਂ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂਗੇ, ਠੀਕ ਹੈ। ਅਸੈਸਮੈਂਟ ਫੋਰ ਲਰਨਿੰਗ ਆ ਗਈ। ਅਸੈਸਮੈਂਟ ਫੋਰ ਲਰਨਿੰਗ ਕਿਹਨੂੰ ਕਹਿੰਦੇ ਹੁੰਦੇ ਹੈਗੇ ਆਪਾਂ, ਜਿਹੜੀ ਹੁੰਦੀ ਹੈ ਪ੍ਰੀਖਿਆ, ਮਤਲਬ ਸੈਸ਼ਨ ਦੇ ਦੌਰਾਨ ਹੁੰਦੀ ਹੈ, ਠੀਕ ਹੈ। ਵਿਦਿਆਰਥੀਆਂ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਉਂਦੀ ਹੈ, ਠੀਕ ਹੈ। ਜਿਹੜੀ ਸਾਲਾਨਾ ਨਹੀਂ ਹੁੰਦੀ, ਸਾਲਾਨਾ ਕਿਹੜੀ ਹੁੰਦੀ ਹੈ, ਸਮੇਟਿਵ ਹੁੰਦੀ ਹੈ। ਸਾਲਾਨਾ ਕਿਹੜੀ ਹੁੰਦੀ ਹੈ, ਸਮੇਟਿਵ ਹੁੰਦੀ ਹੈ। ਮੈਂ ਨੋਟ ਵੀ ਕਰਵਾ ਦਿੰਦਾ ਗਾ, ਸਾਲਾਨਾ ਹੁੰਦੀ ਹੈ ਸਮੇਟਿਵ। ਇਹ ਸੱਸੇ ਤੋਂ ਯਾਦ ਰੱਖਿਓ, ਸਾਲਾਨਾ ਹੁੰਦੀ ਹੈ ਸਮੇਟਿਵ। ਅਤੇ ਜਿਹੜੀ ਦੌਰਾਨ ਹੁੰਦੀ ਹੈ, ਠੀਕ ਹੈ, ਜਿਹੜੀ ਮਤਲਬ ਸੈਸ਼ਨ ਦੇ ਦੌਰਾਨ ਹੁੰਦੀ ਹੈ ਫੋਰਮੇਟਿਵ, ਠੀਕ ਹੈ। ਫੋਰਮੇਟਿਵ ਕਾਹਦੇ ਵਾਸਤੇ ਕੀਤੀ ਜਾਂਦੀ ਹੈ, ਇੰਪਰੂਵਮੈਂਟ ਵਾਸਤੇ ਕੀਤੀ ਜਾਂਦੀ ਹੈ, ਇੰਪਰੂਵ ਕਰਨਾ ਵਿਦਿਆਰਥੀ ਨੂੰ, ਠੀਕ ਹੈ। ਸਮੇਟਿਵ ਹੁੰਦੀ ਹੈ ਸਾਲਾਨਾ, ਇਹ ਯਾਦ ਰੱਖਿਓ। ਤਾਂ ਹੁਣ ਇਹ ਤਾਂ ਤੁਸੀਂ ਦੇਖ ਸਕਦੇ ਹੋ, ਕਿਉਂਕਿ ਫੋਰਮੇਟਿਵ ਮੁਲਾਂਕਣ ਦਾ ਢੰਗ ਕੀ ਹੈ, ਸਾਲਾਨਾ ਤਾਂ ਹੋ ਹੀ ਨਹੀਂ ਸਕਦਾ। ਸਾਲਾਨਾ ਕਿਹੜੀ ਹੁੰਦੀ ਹੈਗੀ ਸਾਡੇ ਕੋਲ, ਸਮੇਟਿਵ ਹੁੰਦੀ ਹੈ। ਤਾਂ ਇਹ ਨਹੀਂ ਹੈ, ਆਪਸ਼ਨ ਨੰਬਰ 1 ਇਹਦਾ ਸਹੀ ਆਨਸਰ ਹੋ ਜਾਊਗਾ। ਅਗਲਾ ਸਵਾਲ ਹੈਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਨੈਸ਼ਨਲ ਕਰੀਕੁਲਮ ਫਰੇਮਵਰਕ ਦੀ ਪੋਜੀਸ਼ਨ ਪੇਪਰ ਵਿੱਚ ਪ੍ਰੀਖਿਆ ਸੰਬੰਧੀ ਕਿਹੜੇ ਸੁਧਾਰ ਨੂੰ ਪ੍ਰਮੁੱਖ ਰੂਪ ਵਿੱਚ ਉਜਾਗਰ ਕੀਤਾ ਗਿਆ ਹੈ। ਓਪਨ ਬੁੱਕ ਐਗਜ਼ਾਮ ਨੂੰ, ਐਮਫੈਸਿਸ ਆਫ ਟੈਸਟ ਪਰਫਾਰਮੈਂਸ ਨੂੰ, ਇਮਤਿਹਾਨਾਂ ਦੀ ਕਾਰਗੁਜ਼ਾਰੀ 'ਤੇ ਬਲ ਦੇਣ ਨੂੰ, ਇਮਤਿਹਾਨਾਂ ਦੌਰਾਨ ਆਪਣੀ ਮਰਜ਼ੀ ਨਾਲ ਬੈਠਣ ਦੀ ਖੁੱਲ੍ਹ ਨੂੰ, ਜਾਂ ਨਿਰੰਤਰ ਮੁਲਾਂਕਣ ਨੂੰ। ਤਾਂ ਇਸ ਦਾ ਸਹੀ ਆਨਸਰ ਹੋ ਜਾਊਗਾ ਨਿਰੰਤਰ ਮੁਲਾਂਕਣ ਨੂੰ, ਕੰਟੀਨਿਊਸ ਅਸੈਸਮੈਂਟ ਨੂੰ ਨੈਸ਼ਨਲ ਕਰੀਕੁਲਮ ਫਰੇਮਵਰਕ ਦੇ ਪੋਜੀਸ਼ਨ ਪੇਪਰ ਵਿੱਚ, ਠੀਕ ਹੈ, ਉਜਾਗਰ ਕੀਤਾ ਗਿਆ ਗਾ। ਅਗਲਾ ਸਵਾਲ ਦੇਖਦੇ ਹਾਂ, ਹੇਠ ਲਿਖਿਆਂ ਵਿੱਚੋਂ ਕਿਹੜਾ ਕਰਮ ਦਰੁਸਤ ਹੈ। ਤਾਂ ਇਹ ਆ ਗਿਆ ਸਾਡੇ ਕੋਲ ਆਬਜ਼ਰਵੇਸ਼ਨਲ ਥਿਊਰੀ ਦਾ ਸਵਾਲ ਹੈ, ਇਹ ਨੋਟ ਕਰ ਲਿਓ ਸਾਰੇ ਜਾਣੇ। ਆਬਜ਼ਰਵੇਸ਼ਨਲ ਜਾਂ ਇਮੀਟੇਸ਼ਨ, ਠੀਕ ਹੈ, ਇਮੀਟੇਸ਼ਨ ਵੀ ਕਹਿ ਦਿੱਤਾ ਜਾਂਦਾ ਹੈ।
ਇਮੀਟੇਸ਼ਨ ਥਿਓਰੀ ਕਿਹਦੀ ਥਿਓਰੀ ਸੀ? ਇਹ ਹੈਗੀ ਸੀ ਅਲਬਰਟ ਬੈਂਡੂਰਾ ਦੀ ਥਿਓਰੀ। ਠੀਕ ਹੈ, ਅਲਬਰਟ ਬੈਂਡੂਰਾ ਦੀ ਥਿਓਰੀ ਸੀ, ਉਹਦੇ ਵਿੱਚੋਂ ਸਵਾਲ ਆਇਆ ਹੋਇਆ ਹੈਗਾ। ਤਾਂ ਹੁਣ ਇਸ ਦਾ ਸਹੀ ਦੇਖਦੇ ਆਪਾਂ ਕੀ ਆਊਗਾ। ਪਹਿਲੀ ਆਪਸ਼ਨ ਹੈਗੀ ਹੈ ਅਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ, ਮੋਟੀਵੇਸ਼ਨ। ਮੋਟੀਵੇਸ਼ਨ, ਅਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ। ਪ੍ਰੋਡਕਸ਼ਨ, ਮੋਟੀਵੇਸ਼ਨ, ਅਟੈਂਸ਼ਨ, ਰਿਟੈਂਸ਼ਨ, ਜਾਂ ਅਟੈਂਸ਼ਨ, ਰਿਟੈਂਸ਼ਨ, ਮੋਟੀਵੇਸ਼ਨ, ਪ੍ਰੋਡਕਸ਼ਨ। ਇਹਦਾ ਜਿਹੜਾ ਸਹੀ ਜਵਾਬ ਹੋਊਗਾ ਉਹ ਪਹਿਲਾ ਹੈਗਾ ਜੀ ਸਾਡੇ ਕੋਲੇ। ਠੀਕ ਹੈ, ਅਟੈਂਸ਼ਨ, ਰਿਟੈਂਸ਼ਨ, ਪ੍ਰੋਡਕਸ਼ਨ ਅਤੇ ਮੋਟੀਵੇਸ਼ਨ। ਠੀਕ ਹੈ, ਇਹ ਜਿਹੜਾ ਹੈਗਾ ਇਸ ਦਾ ਪਹਿਲਾ ਆਨਸਰ, ਪਹਿਲੇ ਜਿਹੜਾ ਹੈ ਆਪਸ਼ਨ ਹੈ ਇਹਦੀ ਸਹੀ ਆਪਸ਼ਨ ਹੋ ਜੂਗੀ। ਠੀਕ ਹੈ, ਅਲਬਰਟ ਬੈਂਡੂਰਾ ਦੀ ਥਿਓਰੀ ਹੈਗੀ ਇਹ, ਮਾਡਲਿੰਗ ਥਿਓਰੀ ਵੀ ਇਹਨੂੰ ਕਿਹਾ ਜਾਂਦਾ ਗਾ। ਇਹ ਬੌਬ ਡੋਲ ਐਕਸਪੈਰੀਮੈਂਟ ਕੀਤਾ ਸੀ, ਪਹਿਲਾਂ ਵੀ ਕਰਵਾ ਚੁੱਕਿਆ ਹੈਗਾ। ਬੌਬ ਡੋਲ ਐਕਸਪੈਰੀਮੈਂਟ ਕੀਤਾ ਸੀ, ਬੱਚੇ ਨੂੰ ਇੱਕ ਫਿਲਮ ਦਿਖਾਈ ਗਈ। ਠੀਕ ਹੈ, ਜਿਹਦੇ ਵਿੱਚ ਬੱਚਾ ਜਿਹੜਾ ਹੈਗਾ ਇੱਕ ਡੋਲ ਨੂੰ ਕੁੱਟ ਮਾਰ ਰਿਹਾ ਹੁੰਦਾ ਗਾ ਅਤੇ ਉਹਨੂੰ ਗਾਲਾਂ ਕੱਢ ਰਿਹਾ ਹੁੰਦਾ ਗਾ। ਤਾਂ ਕੁਝ ਬੱਚਿਆਂ ਨੂੰ ਉਹੋ ਜਿਹੀ ਇੱਕ ਡੋਲ ਦਿੱਤੀ ਜਾਂਦੀ ਹੈਗੀ, ਬੱਚੇ ਵੀ ਉਸ ਨਾਲ ਉਹੇ ਜਿਹੇ ਜਿਵੇਂ ਉਹ ਬੱਚਾ ਕਰ ਰਿਹਾ ਸੀ ਉਹੋ ਜਿਹਾ ਵਿਵਹਾਰ ਕਰਦੇ ਨੇ ਉਹਨੂੰ ਦੇਖ ਕੇ। ਠੀਕ ਹੈ, ਇਸ ਕਰਕੇ ਇਸ ਨੂੰ ਕਿਹਾ ਜਾਂਦਾ ਓਬਜ਼ਰਵੇਸ਼ਨਲ ਥਿਓਰੀ। ਅਗਲਾ ਹੈਗਾ ਗਾ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜ ਸੰਵਾਦ ਰਾਹੀਂ ਬੱਚਿਆਂ ਦੇ ਗਿਆਨ ਦੇ ਵਿਕਾਸ ਵਿੱਚ ਸ਼ਾਮਲ ਵਿਧੀ ਨਹੀਂ ਹੈ? ਤਾਂ ਇਹਦਾ ਜਿਹੜਾ ਆਨਸਰ ਹੈ, ਠੀਕ ਹੈ, ਵੈਸੇ ਚਲੋ ਮੈਂ ਹੀ ਦੱਸ ਦਿੰਦਾ ਗਾ। ਠੀਕ ਹੈ, ਤੁਸੀਂ ਕਮੈਂਟ ਦੇ ਵਿੱਚ ਦੱਸਣਾ ਨਹੀਂ, ਤੁਸੀਂ ਆਪ ਹਿਸਾਬ ਲਾਓ ਵੀ ਸਕੈਫੋਲਡਿੰਗ, ਠੀਕ ਹੈ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਸੋਸ਼ਲ ਲਰਨਿੰਗ, ਇਹ ਤਿੰਨੇ ਚੀਜ਼ਾਂ ਜੋ ਆਪਾਂ ਪੜ੍ਹੀਆਂ ਨੇਗੀਆਂ ਇਹ ਕਿਹਦੇ ਨਾਲ ਜੁੜੀਆਂ ਹੋਈਆਂ ਨੇਗੀਆਂ? ਬਾਇਗੋਸਕੀ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਇਹ, ਬਾਇਗੋਸਕੀ ਦੀ ਥਿਓਰੀ ਦੀਆਂ ਨੇ। ਅਤੇ ਜਿਹੜਾ ਇੰਟਰਨਲਾਈਜੇਸ਼ਨ ਹੈਗਾ, ਠੀਕ ਹੈ, ਇੰਟਰਨਲਾਈਜੇਸ਼ਨ ਇਹ ਨਹੀਂ ਹੈਗਾ ਜੁੜਿਆ ਹੋਇਆ। ਠੀਕ ਹੈ, ਸਮਾਜਿਕ ਸੰਵਾਦ ਦੇ ਨਾਲ ਜੁੜਿਆ ਹੋਇਆ ਕਨਸੈਪਟ ਹੈਗਾ ਇਹ। ਅਤੇ ਇਹਦੇ ਵਿੱਚ ਹੁੰਦਾ ਕੀ ਹੈ? ਵੈਸੇ ਤਾਂ ਉਹਨਾਂ ਦੀ ਹੈ ਇਹ, ਬਾਇਗੋਸਕੀ ਦੀ ਹੈ। ਇਹਦੇ ਵਿੱਚ ਇਹ ਹੁੰਦਾ ਗਾ ਵੀ ਬੱਚੇ ਨੂੰ ਸਿੱਖਣ ਦੀ ਭਾਵਨਾ ਜਿਹੜੀ ਪੈਦਾ ਕਰਨੀ ਹੈ ਤਾਂ ਉਹਨੇ ਗੱਲਬਾਤ ਕਰਕੇ। ਠੀਕ ਹੈ, ਇਸ ਨੂੰ ਕਹਿ ਦਿੰਦੇ ਹੈਗੇ ਆਪਾਂ ਇੰਟਰਨਲਾਈਜੇਸ਼ਨ। ਤਾਂ ਇਹਦਾ ਕਿਹੜਾ ਹੈਗਾ ਸੰਵਾਦ ਰਾਹੀਂ ਬੱਚਿਆਂ ਦੇ ਗਿਆਨ ਦੇ ਵਿਕਾਸ ਦੀ ਵਿਧੀ ਵਿੱਚ ਸ਼ਾਮਲ ਨਹੀਂ ਹੈਗਾ ਗਾ, ਉਹ ਹੈਗਾ ਆਤਮਸਾਤ ਕਰਨਾ। ਇਹਨਾਂ ਨੇ ਨਾ ਅਸਲ 'ਚ ਵਿੱਚ ਆਪਸ਼ਨ ਇਹ ਇੱਧਰੋਂ ਆਤਮਸਾਤ ਕਰਨਾ ਲਿਖ ਰੱਖਿਆ ਹੈਗਾ। ਠੀਕ ਹੈ, ਇੱਧਰ ਇੰਟਰਨਲਾਈਜੇਸ਼ਨ ਲਿਖ ਰੱਖਿਆ ਹੈਗਾ। ਆਤਮਸਾਤ ਕਰਨਾ ਜਿਹੜਾ ਹੈਗਾ ਗਾ ਅਸੀਮੀਲੇਸ਼ਨ ਨੂੰ ਕਹਿ ਦਿੰਦੇ ਨੇਗੇ। ਠੀਕ ਹੈ, ਤਾਂ ਇਹ ਪਿਆਜੇ ਦਾ ਕੰਸੈਪਟ ਆ ਗਿਆ। ਤਾਂ ਇਹ ਕੀ ਸੀ? ਪਿਆਜੇ ਦਾ ਕੰਸੈਪਟ ਸੀਗਾ। ਆਹ ਤਿੰਨੇ ਜਿਹੜੇ ਹੈਗੇ ਨੇਗੇ ਇਹ ਕੰਸੈਪਟ ਆ ਗਏ ਸਾਡੇ ਕੋਲੇ ਬਾਇਗੋਸਕੀ ਦੇ। ਤਾਂ ਇਹ ਜਿਹੜੀ ਚੌਥੀ ਆਪਸ਼ਨ ਹੈਗੀ ਇਹਦੀ ਸਹੀ ਆਨਸਰ ਹੋ ਜਾਊਗਾ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਹੈਗੀ ਹੈ ਕਲਾਸ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਾ ਭੁੱਲਣਾ। ਠੀਕ ਹੈ, ਕੋਈ ਵੀ ਕੁਐਸਚਨ ਹੁੰਦਾ ਹੈਗਾ, ਗਲਤ ਪੜ੍ਹਾਇਆ ਜਾਂਦਾ, ਕਈ ਵਾਰ ਨਹੀਂ ਪਤਾ ਲੱਗਦਾ, ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਠੀਕ ਹੈ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਸਾਰੇ ਵਿਦਿਆਰਥੀਆਂ ਦਾ।